हाजरीन, लख दाता लाला वाला पीर पीर निगाहे वाला अते जनाब गौस पाक अब्दुल कादिर जलानी 11वीं वाली सरकार जिन्हां दी जीवन कथा दे 12 भाग तुसी सुन के सानू बहुत मान ते इज्जत बख्शी है। उसे प्यार सदका TMC वाले हुण पेश करते हैं गुरदेव दलगीर कुल्ला सरियाले वाला एंड पार्टी फगवाड़ा वालियां दी आवाज विच इस जीवन कथा दा अगला हिस्सा पीर निगाहे वाला भाग 13। ते फिर आओ आपां एक मन एक चित हो के इस कैसट दा भरपूर आनंद माणीए। सोने सोने ठंडे चुल्ली दे, सोने सोने ठंडे चुल्ली दे, मेरे दाते दे दरबारे, मेरे दाते दे दरबारे आके चाड़न भगत प्यारे, मेरे दाते दे दरबारे। साध संगत जी,
ਸੈਦਨਾ ਗੌਸੇ ਆਜ਼ਮ ਨੂੰ ਇਲਮ ਦੇਣੇ ਵਾਲੇ ਬਗਦਾਦ ਵਿੱਚ ਅਬੂ ਅਲ ਖੀਰ ਹਮਾਦ ਬਨ ਮੁਸਲਿਮ ਤੇ ਹਜ਼ਰਤ ਅਬੂ ਸੈਦ ਮੁਬਾਰਕ ਮੁਖਰਮੀ ਜਾਂ ਮਖਜੂਮੀ ਇਲਮ ਤਾਰੀਕਤ ਦੇ ਮੁਸਲਮ ਰਹਿਨਮਾ ਸੀ। ਦੋਨੋਂ ਔਲਿਆਏ ਕਾਮਲ ਸਨ। ਗੌਸੇ ਆਜ਼ਮ ਨੇ ਇਹਨਾਂ ਦੋਨਾਂ ਬਜ਼ੁਰਗਾਂ ਕੋਲੋਂ ਬੇਸ਼ੁਮਾਰ ਰੂਹਾਨੀ ਇਲਮ ਹਾਸਲ ਕੀਤਾ, ਪਰ ਗੁਰੂ ਧਾਰਨਾ ਦੇ ਰਿਸ਼ਤੇ ਵਿੱਚ ਦਾਖਲ ਹੋਣਾ ਬਾਕੀ ਸੀ। ਇਹਨਾਂ ਨੇ 25 ਸਾਲ ਦੀ ਉਮਰ ਤੱਕ ਯਾਹਰੀ ਬਾਵਾਤਨੀ ਇਲਮ ਦੀ ਪੜ੍ਹਾਈ ਹਾਸਲ ਕੀਤੀ। ਫਿਰ ਅੱਲਾ ਦੀ ਰਜ਼ਾ ਮੁਤਾਬਕ ਆਪ ਹਜ਼ਰਤ ਅਬੂ ਸੈਦ ਮੁਬਾਰਕ ਮੁਖਰਮੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਕਹਿੰਦੇ ਨੇ ਕਿ ਅੱਲਾਹ ਤਾਲਾ ਨੇ ਖੁਦ ਇਹਨਾਂ ਨੂੰ ਇਸ ਸ਼ਾਗਿਰਦ ਦੇ ਮਰਤਬਾ ਬਾਰੇ ਉਗਾਹ ਕੀਤਾ। ਖੁਦ ਵੀ ਹਜ਼ਰਤ ਅਬੂ ਸੈਦ ਮੁਬਾਰਕ ਮੁਖਰਮੀ ਨੂੰ ਸੈਦਨਾ ਗੌਸੇ ਆਜ਼ਮ ਤੇ ਬੇਹੱਦ ਯਕੀਨ ਤੇ ਆਪਣੇ ਇਸ ਮੁਰੀਦ ਨਾਲ ਉਥਾਹ ਪਿਆਰ ਸੀ। ਜਦੋਂ ਉਹਨਾਂ ਨੇ ਖਰਕੇ ਦੀ ਰਸਮ ਅਦਾ ਕੀਤੀ ਤਾਂ ਬੜੇ ਹੀ ਪਿਆਰ ਨਾਲ ਕਿਹਾ, ਐ ਨੌਜਵਾਨ ਅਬਦੁਲ ਕਾਦਰ, ਇੱਕ ਦਿਨ ਤੇਰੇ ਕਦਮ तमाम औलिया दी गर्दन पर होणगे ते जमाने दे कुल औलिया तेरे अगे सीस झुकाउणगे। अज तो बाद तू मेरियां ये गल्लां हमेशा याद रखी। तेरे इस मदरसे दी ता हथ जय जयकार होवे।
ਸਾਧ ਸੰਗਤ ਜੀਓ, ਹਜ਼ਰਤ ਅਬੂ ਸੈਦ ਮੁਕਰਮੀ, ਜਿਨ੍ਹਾਂ ਨੂੰ ਮਖਜੂਮੀ ਵੀ ਕਹਿੰਦੇ ਸਨ, ਜਦੋਂ ਗੌਸੇ ਆਜ਼ਮ ਇਹਨਾਂ ਦੇ ਮੁਰੀਦ ਬਣ ਚੁੱਕੇ ਸਨ ਤੇ ਖਰਕੇ ਦੀਆਂ ਸਾਰੀਆਂ ਰਸਮਾਂ ਹੋ ਚੁੱਕੀਆਂ ਸਨ, ਉਦੋਂ ਉਹਨਾਂ ਦੀ ਉਮਰ 25 ਸਾਲ ਦੀ ਸੀ। ਗੌਸੇ ਆਜ਼ਮ ਦੱਸਦੇ ਹਨ ਕਿ ਮੇਰੇ ਮੁਰਸ਼ਿਦ ਹਜ਼ਰਤ ਅਬੂ ਸੈਦ ਮੁਬਾਰਕ ਮੁਕਰਮੀ ਨੇ ਮੈਨੂੰ ਖਾਣਾ ਖਵਾਇਆ ਆਪਣੇ ਹੱਥਾਂ ਨਾਲ। ਜਦੋਂ ਵੀ ਉਹ ਬੁਰਕੀ ਮੇਰੇ ਮੂੰਹ ਵਿੱਚ ਪਾਉਂਦੇ ਸਨ ਤਾਂ ਉਸ ਨਾਲ ਮੇਰੇ ਸੀਨੇ ਵਿੱਚ ਇਲਾਹੀ ਨੂਰ ਭਰ ਦਿੰਦੇ ਸਨ। ਫਿਰ ਉਹਨਾਂ ਨੇ ਸਮਝਾਇਆ ਕਿ ਇਹ ਖਰਕਾ ਪੂਰੀ ਕਾਇਨਾਤ ਦੇ ਮਾਲਿਕ ਮੁਹੰਮਦ ਰਸੂਲ ਅੱਲਾ ਸੱਲੱਲਾਹੁ ਅਲੈहि ਵਸੱਲਮ ਤੋਂ ਚੱਲਿਆ ਹੈ, ਜਿਹੜਾ ਕਿ ਬਾਅਦ ਵਿੱਚ ਸ਼ੇਰੇ ਖੁਦਾ ਹਜ਼ਰਤ ਅਲੀ ਕਰਮ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਖਵਾਜਾ ਹਸਨ ਬਸਰੀ ਰਹਿਮਤ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਸ਼ੇਖ ਹਬੀਬ ਅਜ਼ਨੀ ਰਹਿਮਤ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਸ਼ੇਖ ਦਾਊਦ ਤਾਈ ਰਹਿਮਤ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਸ਼ੇਖ ਅਬੂ ਮਹਿਫੂਜ਼ ਕਰਖੀ ਰਹਿਮਤ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਸ਼ੇਖ ਸਰੀ ਸਿਕਤੀ ਰਹਿਮਤ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਸ਼ੇਖ ਜੁਨੈਦ ਬਗਦਾਦੀ ਰਹਿਮਤ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਸ਼ੇਖ ਅਬੂ ਬਕਰ ਸਿਵਲੀ ਰਹਿਮਤ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਸ਼ੇਖ ਅਬਦੁਲ ਵਾਹਿਦ ਤਮੀਮੀ ਰਹਿਮਤ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਸ਼ੇਖ ਅਬੁਲ ਫਰਜ ਤਰਤੂਸੀ ਰਹਿਮਤ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਸ਼ੇਖ ਅਬੁਲ ਹਸਨ ਰਹਿਮਤ ਅੱਲਾ ਨੂੰ ਮਿਲਿਆ। ਉਸ ਤੋਂ ਬਾਅਦ ਸ਼ੇਖ ਅਬੂ ਸੈਦ ਮੁਬਾਰਕ ਮਖਜੂਮੀ ਨੂੰ, ਤੇ ਹੁਣ ਇਹ ਖਰਕਾ ਹਜ਼ਰਤ ਸ਼ੇਖ ਅਬਦੁਲ ਕਾਦਰ ਜਿਲਾਨੀ ਸੈਦਨਾ ਗੌਸੇ ਆਜ਼ਮ ਤੈਨੂੰ ਪਹਿਨਾਇਆ ਗਿਆ ਹੈ। ਇਸ ਦੀ ਮਰਿਆਦਾ ਨੂੰ ਕਾਇਮ ਰੱਖਣਾ ਤੇਰੇ ਹੱਥ ਵੱਸ ਹੈ। ਅਜਿਹਾ ਨਾ ਹੋਵੇ ਕਿ ਤੂੰ ਦੁਨਿਆਵੀ ਲੋਹ ਮੋਹ ਦੇ ਜਾਲ ਵਿੱਚ ਫਸ ਜਾਵੇਂ, ਕਿਉਂਕਿ ਇਹ ਸੰਸਾਰੀ ਮੇਲਾ ਝੂਠਾ ਹੈ। सपना ने उड़ जाना, ओ वारो वारी इस नाटक दा पैड़ा रोल निभाना। ओ इस दुनिया चो चुका चुग के सपना ने उड़ जाना, वारो वारी इस नाटक दा पैड़ा रोल निभाना। जाना छड़ के संसार है मेला दो दिन दा।
गौसे आजम जी ने बगदाद विच रहिंदियां अनेकां ही कौतक दिखाए। एक गल साध संगत जी, बगदाद विच हजरत शेख हफीफुद्दीन बगदादी भी दसदे ने कि एक बार मैं बगदाद विच हजरत जनाब गौस पाक अब्दुल कादर जलानी दे मदरसे विच गया तां जाके की देखिया कि गौसे आजम हत्थ विच लाठी फड़ी कमरे तो बाहर आ रहे हैं। तद मेरे दिल विच अचानक ख्याल आया कि अगर इसे वक्त गौसे आजम अपनी लाठी नाल कोई करामात दिखाउण तां मजा आ जाए। मेरे इन्ना सोचण दी ही देर सी कि गौसे आजम मेरे वाल देख के मुस्कुराए ते कहण लगे कि क्यों, कोई करामात देखनी है? चंगा तां फिर देखो। उसे वेले उन्होंने वो लाठी जमीन विच गड़ दी। गड़दियां सारी उस विचों रोशनी निकलनी शुरू हो गई। तकरीबन 1 घंटा उस विचों एक मशाल की तरह रोशनी निकलती रही। फिर असी हाथ जोड़ के बेनती की कि असी करामात देख लई है। तद गौसे आजम ने वो लाठी जमीन चो उखाड़ के हाथ च फड़ ली ते लाठी पहला वांग ही लगन लग पई। ये देख मदरसे के सारे मरीद गौसे आजम की जय जयकार करन लग पे।
ਨੂੰ ਤਾਰਦਾ, ਸੇਵਕਾਂ ਦੇ ਡੁੱਬੇ ਹੋਏ ਬੇੜੀਆਂ ਨੂੰ ਤਾਰਦਾ। ਰੂਪ ਓ ਖੁਦਾ ਦਾ ਦੂਜਾ ਦੁਨੀਆ ਤੇ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ ਪੀਰ ਨੂੰ ਤੇ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ, ਪੀਰ ਨੂੰ ਤੇ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ। ਓ ਮੁੱਕ ਜਾਣਾ ਬੰਦਾ ਪਰ ਕੰਮ ਨਹੀਂ ਮੁੱਕਣਾ, ਮੁੱਕ ਜਾਣਾ ਬੰਦਾ ਪਰ ਕੰਮ ਨਹੀਂ ਮੁੱਕਣਾ। ਜਦੋਂ ਇਹ ਵਜੂਦ ਸੋਹਣਾ ਮਿੱਟੀ ਵਿੱਚ ਲੁਕਣਾ, ਜਦੋਂ ਇਹ ਵਜੂਦ ਸੋਹਣਾ ਮਿੱਟੀ ਵਿੱਚ ਲੁਕਣਾ। ਹੱਥ ਨਹੀਂ ਆਉਣਾ ਵੇਲਾ ਅੱਜ ਜਦੋਂ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ ਪੀਰ ਨੂੰ ਤੇ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ, ਪੀਰ ਨੂੰ ਤੇ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ। ਉਹ ਜਿਸ ਤੇ ਵੀ ਰਹਿਮਤਾਂ ਵੀ ਉਹਦੀਆਂ ਹੋ ਗਈਆਂ ਨੇ, ਜਿਸ ਤੇ ਵੀ ਰਹਿਮਤਾਂ ਵੀ ਉਹਦੀਆਂ ਹੋ ਗਈਆਂ ਨੇ। ਉਹਦੀਆਂ ਤਾਂ ਪੁੱਠੀਆਂ ਵੀ ਸਿੱਧੀਆਂ ਹੀ ਪਈਆਂ ਨੇ, ਉਹਦੀਆਂ ਤਾਂ ਪੁੱਠੀਆਂ ਵੀ ਸਿੱਧੀਆਂ ਹੀ ਪਈਆਂ ਨੇ। ਜੰਨਤ ਦਾ ਬੂਆ ਵੀ ਅਖੀਰ ਨੂੰ ਦਿਖਾਇਆ ਏ, ਜਿਸ ਵੀ ਨਿਗਾਹੇ ਵਾਲੇ ਪੀਰ ਨੂੰ ਤੇ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ, ਪੀਰ ਨੂੰ ਤੇ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ। ਉਹ ਖੁੱਲੇ ਸਰਹਾਲੇ ਦਿਆ ਮਨ ਆਈਆਂ ਛੱਡੀ ਕੇ, ਖੁੱਲੇ ਸਰਹਾਲੇ ਦਿਆ ਮਨ ਆਈਆਂ ਛੱਡੀ ਕੇ। ਸੱਚੀ ਦਰਗਾਹ 'ਚ ਤੂੰ ਖਲੋ ਜਾ ਪੱਲਾ ਆਡੀ ਕੇ, ਸੱਚੀ ਦਰਗਾਹ 'ਚ ਤੂੰ ਖਲੋ ਜਾ ਪੱਲਾ ਆਡੀ ਕੇ। ਕਹੇ ਦਿਲਗੀਰ ਤੈਨੂੰ ਮੈਂ ਵੀ ਅਜ਼ਮਾਇਆ ਏ, ਜਿੰਨੇ ਵੀ ਨਿਗਾਹੇ ਵਾਲੇ ਪੀਰ ਨੂੰ ਤੇ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ ਪੀਰ ਨੂੰ ਤੇ ਆਇਆ ਏ। ਜ਼ਿੰਦਗੀ ਦਾ ਸਾਰਾ ਸੁੱਖ ਉਹਨੇ ਉਹ ਸਫਾਇਆ ਏ, ਜਿੰਨੇ ਵੀ ਨਿਗਾਹੇ ਵਾਲੇ ਪੀਰ ਨੂੰ ਤੇ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ ਪੀਰ ਨੂੰ ਤੇ ਆਇਆ ਏ, ਜਿੰਨੇ ਵੀ ਨਿਗਾਹੇ ਵਾਲੇ। ਸਾਧ ਸੰਗਤ ਜੀ, ਇਤਿਹਾਸ ਪੜ੍ਹ ਕੇ ਪਤਾ ਲੱਗਦਾ ਹੈ ਕਿ ਗੌਸੇ ਆਜ਼ਮ ਅਬਦੁਲ ਕਾਦਰ ਜਲਾਨੀ ਦੀਆਂ 4 ਸ਼ਾਦੀਆਂ ਹੋਈਆਂ। ਇਹ ਸ਼ਾਦੀਆਂ ਕਿਹੜੇ ਕਿਹੜੇ ਵਕਤ ਕਿਸ ਕਿਸ ਨਾਲ ਹੋਈਆਂ, ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ। ਹਾਂ, ਇੰਨਾ ਲਿਖਿਆ ਜ਼ਰੂਰ ਮਿਲਦਾ ਹੈ ਕਿ ਇਹਨਾਂ ਦੇ ਕੁੱਲ 49 ਬੱਚੇ ਸਨ, ਜਿਨ੍ਹਾਂ ਵਿੱਚੋਂ 21 ਲੜਕੇ ਤੇ 28 ਲੜਕੀਆਂ ਸਨ। 21 ਲੜਕਿਆਂ ਵਿੱਚੋਂ 10 ਲੜਕੇ ਉਹ ਹਨ ਜਿਨ੍ਹਾਂ ਨੇ ਖੁਦਾ ਤਾਲਾ ਦੀ ਇਬਾਦਤ ਕਰਕੇ ਉੱਚਾ ਰੁਤਬਾ ਪਾਇਆ ਹੈ, ਜਿਨ੍ਹਾਂ ਵਿੱਚੋਂ ਨੰਬਰ 1 ਸ਼ੇਖ ਬਹਾਬ, ਇਹਨਾਂ ਦੀ ਕਬਰ ਸ਼ਰੀਫ ਬਗਦਾਦ ਵਿੱਚ ਹੈ। ਨੰਬਰ 2 ਸ਼ੇਖ ਈਸਾ, ਇਹਨਾਂ ਦੀ ਕਬਰ ਸ਼ਰੀਫ ਮਿਸਰ ਵਿੱਚ ਹੈ। ਨੰਬਰ 3 ਸ਼ੇਖ ਅਬਦੁਲ ਅਜ਼ੀਜ਼, ਇਹਨਾਂ ਦੀ ਕਬਰ ਸ਼ਰੀਫ ਜਵਾਲ ਵਿੱਚ ਹੈ। ਨੰਬਰ 4 ਸ਼ੇਖ ਅਬਦੁਲ ਜਵਾਰ, ਇਹਨਾਂ ਦੀ ਕਬਰ ਸ਼ਰੀਫ ਬਗਦਾਦ ਵਿੱਚ ਹੈ। ਨੰਬਰ 5 ਸ਼ੇਖ ਅਬਦੁਲ ਰਜ਼ਾਕ, ਇਹਨਾਂ ਦੀ ਕਬਰ ਸ਼ਰੀਫ ਬਗਦਾਦ ਵਿੱਚ ਹੈ। ਨੰਬਰ 6 ਸ਼ੇਖ ਮੁਹੰਮਦ, ਇਹਨਾਂ ਦੀ ਕਬਰ ਸ਼ਰੀਫ ਬਗਦਾਦ ਵਿੱਚ ਹੈ। ਨੰਬਰ 7 ਸ਼ੇਖ ਅਬਦੁੱਲਾ, ਇਹਨਾਂ ਦੀ ਕਬਰ ਵੀ ਸ਼ਰੀਫ ਬਗਦਾਦ ਵਿੱਚ ਹੈ। ਨੰਬਰ 8 ਸ਼ੇਖ ਯਾਹਿਆ, ਇਹਨਾਂ ਦੀ ਕਬਰ ਸ਼ਰੀਫ ਬਗਦਾਦ ਵਿੱਚ ਹੈ। ਨੰਬਰ 9 ਸ਼ੇਖ ਮੂਸਾ, ਇਹਨਾਂ ਦੀ ਕਬਰ ਸ਼ਰੀਫ ਕਾਸਿਊਨ ਵਿੱਚ ਹੈ। ਨੰਬਰ 10 ਸ਼ੇਖ ਇਬਰਾਹੀਮ, ਇਹਨਾਂ ਦੀ ਕਬਰ ਸ਼ਰੀਫ ਬਾਸਿਤ ਵਿੱਚ ਹੈ। ਇਹਨਾਂ 10 ਲੜਕਿਆਂ ਦੇ ਨਾਮ ਵੀ ਇਸਲਾਮ ਧਰਮ ਵਿੱਚ ਬੜੇ ਸਤਿਕਾਰ ਵਜੋਂ ਲਏ ਜਾਂਦੇ ਹਨ। ਇਹਨਾਂ ਨੂੰ ਯਾਹਰੀ ਇਲਮ ਤੇ ਬਾਤਨੀ ਇਲਮ ਦੀ ਤਾਲੀਮ ਗੌਸ ਪਾਕ ਨੇ ਹੀ ਦਿੱਤੀ। ਤਾਈਓ ਤੇ ਇਹ ਆਪਣੀ ਆਖਰੀ ਦਮ ਤੀਕ
ਆਪਣੇ ਵਾਲਿਦ ਗੌਸ ਪਾਕ ਦੀ ਵੀ ਉਪਮਾ ਕਰਦੇ ਰਹੇ ਤੇ ਅੱਜ ਸੰਗਤਾਂ ਜੈ ਜੈਕਾਰ ਕਰ ਰਹੀਆਂ ਨੇ। मेरे गाँव से आजम की तो शान निराली है। मेरे गाँव से आजम की वो शान
ਸਾਧ ਸੰਗਤ ਜੀ, ਸੀਰ ਤੇ ਗੌਂਸ ਲਾਜ਼ਮ ਵਿੱਚ ਇਹਨਾਂ ਦੇ ਲੜਕੇ ਅਬਦੁਲ ਰਜ਼ਾਕ ਕਹਿੰਦੇ ਹਨ ਕਿ ਮੇਰੇ ਵਾਲਿਦ ਗੌਂਸ ਪਾਕ ਜਦੋਂ ਆਖਰੀ ਵਾਰ ਹੱਜ ਕਰਨ ਲਈ ਗਏ ਤਾਂ ਮੈਂ ਉਹਨਾਂ ਦੇ ਨਾਲ ਸੀ। ਰਸਤੇ ਵਿੱਚ ਜਦੋਂ ਅਸੀਂ ਹੁੱਲਾ ਪਿੰਡ ਵਿੱਚ ਪਹੁੰਚੇ ਤਾਂ ਅੱਬਾ ਜਾਨ ਨੇ ਕਿਹਾ ਕਿ ਇਸ ਪਿੰਡ ਵਿੱਚ ਸਭ ਤੋਂ ਗਰੀਬ ਆਦਮੀ ਦਾ ਘਰ ਤਲਾਸ਼ ਕਰੋ। ਅੱਜ ਅਸੀਂ ਉਹਦੇ ਘਰ ਹੀ ਆਰਾਮ ਕਰਾਂਗੇ। ਫਿਰ ਅਸੀਂ ਬੜੀ ਕੋਸ਼ਿਸ਼ ਕਰਕੇ ਇੱਕ ਗੈਰ ਆਬਾਦ ਜਗ੍ਹਾ ਵਿੱਚ ਇੱਕ ਘਰ 'ਚ ਗਏ। ਉੱਥੇ ਇੱਕ ਬੁੱਢਾ ਤੇ ਬੁੱਢੀ ਰਹਿੰਦੇ ਸਨ, ਜਿਨ੍ਹਾਂ ਦੀ ਇੱਕ ਲੜਕੀ ਵੀ ਸੀ। ਅਸੀਂ ਸਾਰੇ ਉਸ ਬੁੱਢੇ ਤੋਂ ਆਗਿਆ ਲੈ ਕੇ ਉਹਦੇ ਘਰ ਰਾਤ ਗੁਜ਼ਾਰੀ। ਜਦੋਂ ਦਿਨ ਚੜ੍ਹਿਆ ਤਾਂ ਸਾਰੇ ਪਿੰਡ ਵਿੱਚ ਗਰੀਬ ਬੁੱਢੇ ਦੇ ਘਰ ਗੌਂਸ ਪਾਕ ਜੀ ਦੇ ਠਹਿਰਨ ਦੀ ਗੱਲ ਪਹੁੰਚ ਗਈ ਤਾਂ ਬਹੁਤ ਸਾਰੇ ਅਮੀਰ ਲੋਕ ਇਹਨਾਂ ਦੇ ਕੋਲ ਦਾਵਤ ਦੇਣ ਲਈ ਆ ਗਏ। ਜਦੋਂ ਗੌਂਸ ਪਾਕ ਜੀ ਨੇ ਦਾਵਤਾਂ ਮਨਜ਼ੂਰ ਨਹੀਂ ਕੀਤੀਆਂ ਤਾਂ ਉਹਨਾਂ ਲੋਕਾਂ ਨੇ ਆਪਣੀ ਹਿੰਮਤ ਮੁਤਾਬਕ ਸੋਨਾ, ਚਾਂਦੀ, ਪੈਸਾ ਧੇਲਾ ਤੇ ਗਊਆਂ ਤੇ ਭੇਡਾਂ ਬੱਕਰੀਆਂ ਇਹਨਾਂ ਦੀ ਖਿਦਮਤ 'ਚ ਪੇਸ਼ ਕੀਤੀਆਂ। ਗੌਂਸ ਪਾਕ ਜੀ ਨੇ ਖੁਸ਼ ਹੋ ਕੇ ਉਹ ਸਾਰਾ ਕੁਝ ਉਸ ਗਰੀਬ ਪਰਿਵਾਰ ਨੂੰ ਦੇ ਦਿੱਤਾ ਤੇ ਆਪ ਹੱਜ ਕਰਨ ਲਈ ਅਗਾਂਹ ਚੱਲ ਪਏ। ਕਈ ਸਾਲਾਂ ਤੋਂ ਬਾਅਦ ਕਿਤੇ ਫਿਰਦੇ ਫਿਰਾਂਦੇ ਅਬਦੁਲ ਰਜ਼ਾਕ ਦੁਬਾਰਾ ਫਿਰ ਉਸ ਪਿੰਡ ਵਿੱਚ ਆਏ ਤਾਂ ਕੀ ਦੇਖਿਆ ਕਿ ਉਹੀ ਗਰੀਬ ਪਰਿਵਾਰ ਪਿੰਡ ਦਾ ਸਭ ਤੋਂ ਅਮੀਰ ਪਰਿਵਾਰ ਸੀ। ਇੰਨੀ ਅਮੀਰੀ ਦਾ ਕਾਰਨ ਜਦੋਂ ਉਹਨਾਂ ਉਸ ਬੁੱਢੇ ਕੋਲੋਂ ਪੁੱਛਿਆ ਤਾਂ ਉਸਨੇ ਕਿਹਾ ਕਿ ਸਾਰੀ ਕਰਾਮਾਤ ਗੌਂਸੇ ਆਜ਼ਮ ਦੀ ਹੈ, ਜਿਹੜੇ ਕਿ ਮੇਰੇ ਘਰ ਰਾਤ ਠਹਿਰ ਕੇ ਗਏ ਸਨ। ਉਹਨਾਂ ਨੇ ਉਸ ਵਕਤ ਜੋ ਭੇਡ ਬੱਕਰੀਆਂ, ਸੋਨਾ, ਚਾਂਦੀ ਤੇ ਪੈਸਾ ਧੇਲਾ ਮੈਨੂੰ ਦਿੱਤਾ ਸੀ, ਮੈਂ ਉਸ ਨੂੰ ਸਹੀ ਤਰੀਕੇ ਨਾਲ ਵਰਤ ਕੇ ਇੰਨਾ ਕੁਝ ਬਣਾਇਆ ਹੈ। ਇਹ ਸਾਰੀ ਬਰਕਤ ਉਸ ਪੀਰਾਂ ਦੇ ਪੀਰ ਗੌਂਸੇ ਆਜ਼ਮ ਅਬਦੁਲ ਕਾਦਰ ਜਲਾਨੀ ਦੀ ਹੀ ਹੈ। ਤਾਈਓ ਤੇ ਉਹਦੀ ਉਪਮਾ ਕਰਦੀ ਮੇਰੀ ਜੀਭਾ ਕਦੇ ਨਹੀਂ ਥੱਕਦੀ। ਗੌਸ ਪਾਕ ਜੀ ਜਿਸਨੂੰ ਕਹਿਣ ਸਾਰੇ, ਸੱਚ ਪੁੱਛੋ ਤਾਂ ਪੀਰਾਂ ਦਾ ਪੀਰ ਹੈ ਉਹ। ਨਿਗਾਹ ਦੀ ਕਰੇ ਉਹ ਜੇ ਦਿਲ ਤੇ, ਦੇਂਦਾ ਭਲਾ ਜਿਹੀ ਬਦਲ ਤਕਦੀਰ ਹੈ ਉਹ। ਮੇਰੇ ਦਾਤੇ ਦੀ ਅਸਾਂ ਤੇ ਐਸੀ ਦੇਰ ਹੋ ਗਈ, ਦਾਤੇ ਦੀ ਅਸਾਂ ਤੇ ਐਸੀ ਮੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਗੌਸ ਪਾਕ ਦੀ ਅਸਾਂ ਤੇ, ਮੇਰੇ ਪੀਰ ਦੀ ਅਸਾਂ ਤੇ, ਮੇਰੇ ਦਾਤੇ ਦੀ ਅਸਾਂ ਤੇ ਐਸੀ ਮੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਅੱਜ ਵੀ ਨੀ ਜਾਂਦੇ ਸਾਨੂੰ ਦਿਨ ਉਹ ਭੁਲਾਏ, ਦਿਨ ਉਹ ਭੁਲਾਏ ਪੀਰਾ, ਦਿਨ ਉਹ ਭੁਲਾਏ। ਭੁੱਖ ਤੇ ਗਰੀਬੀ ਵਿੱਚ ਅਸਾਂ ਜੋ ਲਗਾਏ। ਅਸਾਂ ਜੋ ਲੰਘਾਏ ਪੀਰਾ, ਅਸਾਂ ਜੋ ਲੰਘਾਏ। ਅੱਜ ਵੀ ਨੀ ਜਾਂਦੇ ਸਾਨੂੰ ਦਿਨ ਉਹ ਭੁਲਾਏ, ਭੁੱਖ ਤੇ ਗਰੀਬੀ ਵਿੱਚ ਅਸਾਂ ਜੋ ਲਗਾਏ। ਭਾਵੇਂ ਇਸ ਗੱਲ ਨੂੰ ਹੈ ਦੇਰ ਹੋ ਗਈ, ਭਾਵੇਂ ਇਸ ਗੱਲ ਨੂੰ ਹੈ ਦੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ।
ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਕਿਸੇ ਨੇ ਕੀ ਕਹਿਣਾ ਪੀਰ ਸਭ ਨੂੰ ਪਛਾਣਦਾ, ਸਭ ਨੂੰ ਪਛਾਣਦਾ, ਸਭ ਨੂੰ ਪਛਾਣਦਾ, ਆਪਣੇ ਮੁਰੀਦਾਂ ਦੇ ਦਿਲ ਦੀਆਂ ਜਾਣਦਾ। ਦਿਲ ਦੀਆਂ ਜਾਣਦਾ ਹੈ, ਦਿਲ ਦੀਆਂ ਜਾਣਦਾ। ਕਿਸੇ ਨੇ ਕੀ ਕਹਿਣਾ ਪੀਰ ਸਭ ਨੂੰ ਪਛਾਣਦਾ, ਆਪਣੇ ਮੁਰੀਦਾਂ ਦੇ ਦਿਲ ਦੀਆਂ ਜਾਣਦਾ। ਤਾਈਓ ਚੀਜ਼ ਸੇਰੋਂ ਸਵਾ ਸੇਰ ਹੋ ਗਈ, ਤਾਈਓ ਚੀਜ਼ ਸੇਰੋਂ ਸਵਾ ਸੇਰ ਹੋ ਗਈ। ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਮੇਰੇ ਦਾਦੇ ਦੀ ਅਸਾਂ ਤੇ ਗੌਸ ਪਾਕ ਦੀ ਅਸਾਂ ਤੇ ਮੇਰੇ ਪੀਰ ਦੀ ਅਸਾਂ ਤੇ ਐਸੀ ਮੇਰ ਹੋ ਗਈ। ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਜਿਹੜੇ ਵੀ ਬੈਠੇ ਨੇ ਉਹਦੀ ਜਾ ਕੇ ਜੂਹੇ, ਉਸਦੀ ਦਾ ਬੂਹੇ ਲਗੇ, ਉਸਦੀ ਦਾ ਜੂਹੇ, ਖੁੱਲੇ ਮੁਕੱਦਰਾਂ ਦੇ ਖੁੱਲ ਜਾਂਦੇ ਬੂਹੇ। ਖੁੱਲ ਜਾਂਦੇ ਬੂਹੇ, ਖੁੱਲੇ ਖੁੱਲ ਜਾਂਦੇ ਬੂਹੇ। ਜਿਹੜੇ ਵੀ ਬੈਠੇ ਨੇ ਉਹਦੀ ਜਾ ਕੇ ਜੂਹੇ, ਖੁੱਲੇ ਮੁਕੱਦਰਾਂ ਦੇ ਖੁੱਲ ਜਾਂਦੇ ਬੂਹੇ। ਰਹਿਮ ਦੀ ਨਿਗਾਹ ਦੇ ਇੱਕ ਵੇਰ ਹੋ ਗਈ, ਰਹਿਮ ਦੀ ਨਿਗਾਹ ਦੇ ਇੱਕ ਵੇਰ ਹੋ ਗਈ। ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਮੇਰੇ ਦਾਦੇ ਦੀ ਅਸਾਂ ਤੇ ਗੌਸ ਪਾਕ ਦੀ ਅਸਾਂ ਤੇ ਮੇਰੇ ਦਾਦੇ ਦੀ ਅਸਾਂ ਤੇ ਐਸੀ ਮੇਰ ਹੋ ਗਈ। ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਦਾਦੇ ਦੀ ਅਸਾਂ ਤੇ ਗੌਸ ਪਾਕ ਦੀ ਅਸਾਂ ਤੇ ਮੇਰੇ ਪੀਰ ਦੀ ਅਸਾਂ ਤੇ ਐਸੀ ਮੇਰ ਹੋ ਗਈ। ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ, ਖੁਸ਼ੀ ਭਰੀ ਸਾਡੀ ਵੀ ਸਵੇਰ ਹੋ ਗਈ। ਹਾਜ਼ਰੀਨ, ਅਸੀਂ ਆਪ ਸਭ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਇਹ ਜੀਵਨ ਕਥਾ ਨੂੰ ਬੜੇ ਹੀ ਪਿਆਰ ਪੂਰਵਕ ਸੁਣ ਰਹੇ ਹੋ। ਇਸ ਕੈਸਟ ਵਿੱਚ ਵੀ ਅਸੀਂ ਇਹ ਜੀਵਨ ਕਥਾ ਨੂੰ ਪੂਰੀ ਨਹੀਂ ਕਰ ਸਕੇ। ਇਸ ਕਥਾ ਦਾ ਅਗਲਾ ਹਿੱਸਾ ਤੁਸੀਂ ਸਾਡੀ TMC ਚਾਉਣ ਵਾਲੀ ਅਗਲੀ ਕੈਸਟ ਪੀਰ ਨਿਗਾਹੇ ਵਾਲਾ ਭਾਗ 14 ਵਿੱਚ ਸੁਣੋ। ਅਗਰ ਤੁਸੀਂ ਵੀ ਲੱਖ ਦਾਤਾ ਪੀਰ ਜਾਂ ਗੌਸ ਪਾਕ ਪੀਰ ਬਾਰੇ ਕੁਝ ਜਾਣਦੇ ਹੋ ਤਾਂ ਸਾਨੂੰ ਆਪਣੀ ਕਹਾਣੀ ਲੈ ਕੇ ਜ਼ਰੂਰ ਮਿਲੋ। ਅਸੀਂ ਤੁਹਾਡਾ ਸੱਚੇ ਦਿਲੋਂ ਸਵਾਗਤ ਕਰਾਂਗੇ ਤੇ ਜੇ ਕਹਾਣੀ ਸਾਨੂੰ ਪਸੰਦ ਆਈ ਤਾਂ ਰਿਕਾਰਡ ਵੀ ਕਰਾਂਗੇ। ਚੰਗਾ, ਬਾਕੀ ਫਿਰ ਸੇ ਰੱਬ ਰੱਖਾ, ਰੱਬ ਰੱਖਾ, ਰੱਬ ਰੱਖਾ।